Hello and welcome to our channel Victor's Knowledge. This is Chinu Sharma and today in this video I shall be discussing deeply about the Punjab state current affairs for the month May 2021. Basically इस वीडियो ਦੇ ਵਿੱਚ exclusively ਸਿਰਫ ਔਰ ਸਿਰਫ ਪੰਜਾਬ ਨਾਲ ਰਿਲੇਟਡ ਹੀ ਕਰੰਟ ਅਫੇਅਰਸ ਤੇ ਇੰਪੋਰਟੈਂਟ ਨਿਊਜ਼ ਦੀ ਗੱਲ ਕੀਤੀ ਜਾਊਗੀ ਜੋ ਕਿ ਆਪਣੇ ਆਉਣ ਵਾਲੇ ਪੰਜਾਬ ਸਟੇਟ ਦੇ ਸਾਰੇ ਗਵਰਨਮੈਂਟ ਐਗਜ਼ਾਮਸ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ. So let's get started. So our first news is Baba Sichewal complains to NGT by writing a letter. ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਕਿ ਬਾਬਾ ਸੀਚੇਵਾਲ ਜੀ ਕੌਣ ਨੇ, ਜਿਨ੍ਹਾਂ ਦਾ ਪੂਰਾ ਨਾਮ ਹੈ ਬਲਬੀਰ ਸਿੰਘ ਸੀਚੇਵਾਲ ਜੀ. ਇਹਨਾਂ ਨੇ ਪੰਜਾਬ ਦੇ ਵਿੱਚ ਐਂਟੀ ਰਿਵਰ ਪੋਲਿਊਸ਼ਨ ਕੈਂਪੇਨ ਸਟਾਰਟ ਕੀਤਾ ਸੀ ਤੇ ਹਾਲ ਹੀ ਦੇ ਵਿੱਚ ਕਾਲੀ ਬੇਨ ਰਿਵਰ ਜਿਹੜੀ ਕਿ 165 ਕਿਲੋਮੀਟਰ ਲੈਂਥ ਦੀ ਹੈ ਤੇ ਬਿਆਸ ਦੇ ਵਿੱਚ ਜਾ ਕੇ ਮਿਲਦੀ ਹੈ, ਇਹਦੇ ਵਿੱਚ ਬਹੁਤ ਸਾਰੀਆਂ ਫਿਸ਼ਸ ਮਰੀਆਂ ਹੋਈਆਂ ਪਾਈਆਂ ਗਈਆਂ ਜਿਹਦੇ ਨਾਲ ਕਿ ਲੋਕਾਂ ਦੇ ਰਿਲੀਜੀਅਸ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ ਨਾਲ ਹੀ ਇਸ ਦੇ ਨਾਲ ਪੀਣ ਵਾਲਾ ਪਾਣੀ ਵੀ ਖਰਾਬ ਹੋ ਗਿਆ. ਇਸ ਨਦੀ ਨੂੰ ਇਹ ਮੰਨਿਆ ਜਾਂਦਾ ਹੈ ਕਿ ਪਹਿਲੇ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਰੇ ਐਨਲਾਈਟਨਮੈਂਟ ਗਿਆਨ ਦੀ ਪ੍ਰਾਪਤੀ ਕੀਤੀ ਸੀ ਤੇ ਮੂਲ ਮੰਤਰ ਨੂੰ ਰਿਸਾਈਟ ਕੀਤਾ ਸੀ. ਸੋ ਇਸ ਦੇ ਵਿੱਚ ਮੇਨ ਚੀਜ਼ ਜਿਹੜੀ ਕਿ ਆਪਾਂ ਯਾਦ ਰੱਖਣੀ ਹੈ ਉਹ ਹੈ ਕਿ ਬਾਬਾ ਸੀਚੇਵਾਲ ਜੀ ਨੇ ਕਿਹੜਾ ਕੈਂਪੇਨ ਸਟਾਰਟ ਕੀਤਾ, ਐਂਟੀ ਰਿਵਰ ਪੋਲਿਊਸ਼ਨ ਕੈਂਪੇਨ, ਐਂਡ ਨਾਲ ਹੀ ਕਾਲੀ ਬੇਨ ਨਦੀ ਕਿਸ ਵਿੱਚ ਜਾ ਕੇ ਮਿਲਦੀ ਹੈ, ਬਿਆਸ. So our second news is Punjab state government recently gave thrust sector status to oxygen production units in the state. So ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ COVID-19 ਦੀ ਜਦੋਂ ਸੈਕੰਡ ਵੇਵ ਆਈ ਤਾਂ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਪਾਈ ਗਈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੰਗਸ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਆਕਸੀਜਨ ਦੀ ਜ਼ਰੂਰਤ ਸੀ ਤੇ ਇਸ ਨੂੰ ਦੇਖਦੇ ਹੋਏ ਪੰਜਾਬ ਸਟੇਟ ਗਵਰਨਮੈਂਟ ਨੇ ਇੱਕ ਅਹਿਮ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਆਕਸੀਜਨ ਪ੍ਰੋਡਿਊਸ ਕੀਤੀ ਜਾਊਗੀ ਜਿਨ੍ਹਾਂ ਯੂਨਿਟਸ ਦੀ ਮਿਨੀਮਮ ਕਪੈਸਿਟੀ ਇੱਕ ਦਿਨ ਵਿੱਚ 700 ਆਕਸੀਜਨ ਸਿਲੰਡਰ ਬਣਾਉਣ ਦੀ ਹੋਏਗੀ. ਹੁਣ ਆਪਾਂ ਜਾਣ ਲੈਂਦੇ ਹਾਂ ਕਿ ਥਰਸਟ ਸੈਕਟਰ ਦਾ ਮਤਲਬ ਕੀ ਹੈ. ਥਰਸਟ ਦਾ ਮਤਲਬ ਹੈ ਟੂ ਪੁਸ਼ ਔਰ ਡਰਾਈਵ ਵਿਦ ਫੋਰਸ, ਕਿਸੇ ਚੀਜ਼ ਨੂੰ ਜ਼ੋਰ ਦੇ ਨਾਲ ਅੱਗੇ ਲੈ ਕੇ ਜਾਣਾ, ਉਸਨੂੰ ਪੁਸ਼ ਕਰਨਾ, ਉਸਨੂੰ ਚਲਾਉਣਾ. ਸੋ ਥਰਸਟ ਸੈਕਟਰ ਦਾ ਸਪੈਸੀਫਿਕਲੀ ਮਤਲਬ ਇਹ ਹੈ ਕਿ ਜਿਹੜੇ ਸੈਕਟਰਸ ਨੂੰ ਥਰਸਟ ਸੈਕਟਰ ਦੇ ਅੰਡਰ ਕੋਈ ਵੀ ਗਵਰਨਮੈਂਟ ਲੈ ਕੇ ਆਉਂਦੀ ਹੈ ਉਹ ਸੈਕਟਰ ਦੇ ਵਿੱਚ ਉਸ ਕੈਬਨਿਟ ਦਾ, ਉਸ ਸਟੇਟ ਗਵਰਨਮੈਂਟ ਦਾ ਇੱਕ ਐਕਸਕਲੂਸਿਵ ਰਾਈਟ ਹੁੰਦਾ ਹੈ ਕਿ ਜਦੋਂ ਵੀ ਕਦੇ ਐਮਰਜੈਂਸੀ ਵਿੱਚ ਲੋੜ ਪਵੇ ਤਾਂ ਉਹ ਆਪਣੀ ਫੋਰਸ ਯੂਜ਼ ਕਰਕੇ ਉਸ ਚੀਜ਼ ਨੂੰ ਸਟਾਰਟ ਕਰ ਸਕਣ. ਬਹੁਤ ਸਾਰੇ ਥਰਸਟ ਸੈਕਟਰਸ ਦੀ ਐਗਜ਼ਾਮਪਲ ਦਿੱਤੀ ਹੋਈ ਹੈ ਤੇ ਇਹ ਜਿਹੜਾ ਕੁਐਸਚਨ ਹੈ ਇਹ ਕਰੰਟ ਅਫੇਅਰ ਦੇ ਨਾਲ ਨਾਲ ਇਕਨੋਮਿਕਸ ਦੇ ਵਿੱਚ ਵੀ ਆ ਸਕਦਾ ਹੈ. So our third current affair is related to a book, Spiritual Journey of Guru Tegh Bahadur Sahib. ਇਸ ਬੁੱਕ ਨੂੰ ਕੰਪਾਈਲ ਕੀਤਾ ਹੈ ਲਾਇਰ ਹਰਪ੍ਰੀਤ ਸੰਧੂ ਐਂਡ ਪ੍ਰੋਫੈਸਰ SS ਮਰਵਾਹਾ ਜੀ ਨੇ ਤੇ ਇਸ ਨੂੰ ਰਿਲੀਜ਼ ਕੀਤਾ ਹੈ ਪੰਜਾਬ ਗਵਰਨਮੈਂਟ ਦੇ ਸਪੋਰਟਸ ਯੂਥ ਐਂਡ NRI ਅਫੇਅਰ ਮਿਨਿਸਟਰ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੇ. ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਗਵਰਨਮੈਂਟ ਨੇ ਇਸ ਸਾਲ ਨੂੰ ਡਿਕਲੇਅਰ ਕੀਤਾ ਹੈ ਕਿ 400 ਸਾਲਾ ਜਨਮ ਦਿਹਾੜਾ ਮਨਾਇਆ ਜਾਏਗਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਇਸ ਦਾ ਥੀਮ ਰੱਖਿਆ ਹੈ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ. This theme is really very important from exam perspective. So moving forward, our next current affair is online citizen portal for assets. Basically ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਨਲਾਈਨ ਵੀਡੀਓ ਕਾਨਫਰੰਸਿੰਗ ਦੇ ਥਰੂ ਇੱਕ ਸਿਟੀਜ਼ਨ ਪੋਰਟਲ ਲਾਂਚ ਕੀਤਾ ਹੈ ਤੇ ਇਹ ਸਿਟੀਜ਼ਨ ਪੋਰਟਲ ਦੇ ਥਰੂ ਕੀ ਹੋਏਗਾ, ਜਿੰਨੀਆਂ ਵੀ ਪ੍ਰਾਪਰਟੀ ਰਿਲੇਟਡ ਸਰਵਿਸਿਜ਼ ਨੇ ਉਹ ਸਾਰੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਨਲਾਈਨ ਹੀ ਹੁਣ ਹੋ ਸਕਦੀਆਂ ਨੇ ਤੇ ਇਹ ਪਹਿਲ ਕੀਤੀ ਗਈ ਹੈ ਪੁੱਡਾ ਨੇ. ਪੁੱਡਾ ਕੀ ਹੈ? ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਇੱਕ ਸਰਕਾਰ ਦੀ ਏਜੰਸੀ ਹੈ ਤੇ ਇੱਕ ਸਟੈਚੂਟਰੀ ਬਾਡੀ ਹੈ ਜਿਹੜੀ ਕਿ 1 ਜੁਲਾਈ 1995 ਨੂੰ ਸੈਟਅਪ ਹੋਈ. ਸਟੈਚੂਟਰੀ ਬਾਡੀ ਕੀ ਹੈ? ਸਟੈਚੂਟਰੀ ਬਾਡੀ ਤੋਂ ਭਾਵ ਹੈ ਉਹ ਬਾਡੀ ਜਿਹੜੀ ਕਿ ਕਿਸੇ ਐਕਟ ਜਾਂ ਕਿਸੇ ਲਾਅ ਦੇ ਅੰਤਰਗਤ ਇਸਟੈਬਲਿਸ਼ ਕੀਤੀ ਜਾਵੇ. ਸੋ
ਜਿਹੜਾ ਪੁੱਡਾ ਹੈ ਇਹ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੇ ਅੰਡਰ ਸੈਟਅਪ ਕੀਤਾ ਗਿਆ। Next is related to 6th Pay Commission's recommendations. ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਕਿ ਪੇ ਕਮਿਸ਼ਨ ਕੀ ਹੈ। ਬੇਸਿਕਲੀ ਪੇ ਕਮਿਸ਼ਨ ਇੱਕ ਇਹੋ ਜਿਹਾ ਸੈਟਅਪ ਹੈ, ਇੱਕ ਇਹੋ ਜਿਹੀ ਬਾਡੀ ਹੈ ਜਿਹੜੀ ਕਿ ਟਾਈਮ ਟੂ ਟਾਈਮ ਗਵਰਨਮੈਂਟ EMPLOYEES ਦੀ ਪੇ ਸਕੇਲ, ਉਹਨਾਂ ਦੀ ਤਨਖਾਹ ਵਿੱਚ ਸੋਧ ਕਰਦੀ ਹੈ, ਰਿਵੀਜ਼ਨ ਲੈ ਕੇ ਆਉਂਦੀ ਹੈ। ਜਿਹੜੇ 6ਵਾਂ ਪੇ ਕਮਿਸ਼ਨ ਹੈ ਪੰਜਾਬ ਦਾ, ਇਹ 2016 ਦੇ ਵਿੱਚ ਅਪਾਇੰਟ ਕੀਤਾ ਗਿਆ ਸੀ। ਉਸ ਟਾਈਮ ਦੀ ਸਟੇਟ ਗਵਰਨਮੈਂਟ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਗਵਰਨਮੈਂਟ ਸੀ, ਉਸਨੇ 24 ਫਰਵਰੀ ਨੂੰ, ਤੇ ਇਸ ਦੀ ਰਿਪੋਰਟ ਹੁਣ ਸਬਮਿਟ ਹੋਈ ਹੈ 30 ਅਪ੍ਰੈਲ 2021 ਦੇ ਵਿੱਚ। ਤੇ ਸਭ ਤੋਂ ਇੰਪੋਰਟੈਂਟ ਰეკਮੈਂਡੇਸ਼ਨ ਕੀ ਰਹੀ ਹੈ ਕਿ ਮਿਨੀਮਮ ਪੇ ਹੈ ਜਿਹੜੀ EMPLOYEES ਦੀ, ਉਹ 6950 ਤੋਂ 18,000 ਪਰ ਮੰਥ ਕਰ ਦਿੱਤੀ ਗਈ ਹੈ, ਜਿਹੜੀ ਕਿ 2 ਟਾਈਮਸ ਤੋਂ ਵੀ ਜ਼ਿਆਦਾ ਦਾ ਹਾਈਕ ਹੈ। ਤੇ ਇੱਕ ਹੋਰ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਜਿਹੜਾ ਹਾਈਕ ਹੈ, ਇਹ ਜਿਹੜਾ ਇਨਕਰੀਜ਼ ਹੋਇਆ ਹੈ, ਇਹਦਾ ਇਫੈਕਟ ਪਿੱਛੇ ਤੋਂ ਚੱਲੂਗਾ 1 ਜਨਵਰੀ 2016 ਤੋਂ ਰੈਟਰੋਸਪੈਕਟਿਵ ਇਫੈਕਟ। ਰੈਟਰੋਸਪੈਕਟਿਵ ਦਾ ਮਤਲਬ ਹੁੰਦਾ ਹੈ ਕਿ ਜਿਸ ਡੇਟ ਤੋਂ ਇਹ ਚੀਜ਼ ਆਈ ਉਸ ਦਿਨ ਤੋਂ ਇਸ ਨੂੰ ਲਾਗੂ ਕਰਵਾਇਆ ਜਾਊਗਾ। ਸੋ ਇਹਦਾ ਇਹ ਮਤਲਬ ਹੈ ਕਿ 2016 ਤੋਂ ਲੈ ਕੇ 2021 ਜਾਂ 2022 ਜਦੋਂ ਤੱਕ ਵੀ ਇਸ ਨੂੰ ਲਾਗੂ ਕੀਤਾ ਜਾਏਗਾ, ਉਦੋਂ ਤੱਕ ਦੀ ਜਿੰਨੀ ਵੀ ਆਊਟਸਟੈਂਡਿੰਗ ਇਨਕਮ ਬਣਦੀ ਹੋਗੀ ਉਹ EMPLOYEES ਨੂੰ ਦਿੱਤੀ ਜਾਏਗੀ। ਇੰਪੋਰਟੈਂਟ ਕੁਐਸਚਨ ਇਜ਼ ਕਿ ਚੇਅਰਮੈਨ ਕੌਣ ਨੇ ਇਸ ਕਮਿਸ਼ਨ ਦੇ? ਜੈ ਸਿੰਘ ਗਿੱਲ, IAS ਆਫਿਸਰ। Next is Sangrur tops in output of wheat. Basically ਸੰਗਰੂਰ ਨੇ 2019-20 ਦੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਕੰਟਰੀਬਿਊਟ ਕੀਤਾ ਸੀ wheat ਦਾ। ਤੇ ਜਿਹੜਾ ਟੋਟਲ ਏਰੀਆ ਹੈ ਜਿਹੜਾ ਕਿ wheat ਪ੍ਰੋਡਕਸ਼ਨ ਦੇ ਅੰਡਰ ਹੈ, ਉਹ ਹੈ 2,91,000 ਹੈਕਟੇਅਰ। ਤੇ ਏਰੀਆ ਇਸ ਸਾਲ ਵੀ ਸੇਮ ਹੀ ਹੈ ਤੇ ਕੰਟਰੀਬਿਊਸ਼ਨ ਰਿਹਾ 9.52%। ਤੇ ਇਹਦੇ ਨਾਲ ਹੀ ਸੰਗਰੂਰ ਨੇ ਪੰਜਾਬ ਸਟੇਟ ਦੇ ਵਿੱਚ ਆਪਣਾ ਪਹਿਲਾ ਸਥਾਨ ਹਾਸਿਲ ਕੀਤਾ। ਤੇ ਚੀਫ ਐਗਰੀਕਲਚਰ ਆਫਿਸਰ ਕੌਣ ਨੇ ਸੰਗਰੂਰ ਦੇ, ਜਿਨ੍ਹਾਂ ਨੇ ਇਹ ਰਿਪੋਰਟ ਦਿੱਤੀ? ਜਸਵਿੰਦਰ ਪਾਲ ਸਿੰਘ ਗਰੇਵਾਲ ਜੀ। So next current affair is related to J forms of farmers in DigiLocker. Punjab being the first state in country to do so. ਪੰਜਾਬ ਭਾਰਤ ਦੀ ਪਹਿਲੀ ਸਟੇਟ ਬਣੀ ਹੈ ਇਹ ਕਰਨ ਵਾਲੀ। J forms ਕੀ ਨੇ? J forms ਬਹੁਤ ਸਾਰੀਆਂ ਐਕਟੀਵਿਟੀਜ਼ ਲਈ ਚਾਹੀਦੇ ਹੁੰਦੇ ਨੇ ਫਾਰਮਰਸ ਨੂੰ, ਜਿਵੇਂ ਕਿ ਇਨਕਮ ਟੈਕਸ ਦੇ ਵਿੱਚ ਛੋਟ ਲੈਣੀ ਹੋਵੇ, ਕੋਈ ਫਸਲ ਨੂੰ ਲੈ ਕੇ ਲੋਨ ਲੈਣਾ ਹੈ, ਫਰਟੀਲਾਈਜ਼ਰ ਦੇ ਉੱਤੇ ਸਬਸਿਡੀ ਲੈਣੀ ਹੈ, ਜਾਂ ਕੋਈ ਹੈਲਥ ਇੰਸ਼ੋਰੈਂਸ ਰਿਲੇਟਡ ਥਿੰਗ। ਹੁਣ ਡਿਜੀਲੌਕਰ ਕੀ ਹੈ? ਡਿਜੀਲੌਕਰ ਮਿਨਿਸਟਰੀ ਆਫ ਇਲੈਕਟ੍ਰੋਨਿਕ ਐਂਡ IT, ਜੋ ਕਿ ਸੈਂਟਰਲ ਗਵਰਨਮੈਂਟ ਦੀ ਇੱਕ ਮਿਨਿਸਟਰੀ ਹੈ, ਇਸ ਦਾ ਇੱਕ ਇਨੀਸ਼ੀਏਟਿਵ ਹੈ, ਇਸ ਦੀ ਪਹਿਲ ਹੈ। ਡਿਜੀਲੌਕਰ ਦੇ ਵਿੱਚ ਕੀ ਹੈ ਕਿ ਜਿੰਨੇ ਵੀ ਡਾਕੂਮੈਂਟਸ ਨੇ ਉਹ ਆਨਲਾਈਨ ਔਰ ਡਿਜੀਟਲ ਫਾਰਮ ਦੇ ਵਿੱਚ ਆਪਾਂ ਸੇਫਲੀ ਸਿਕਿਉਰਲੀ ਸਬਮਿਟ ਕਰਵਾ ਕੇ ਰੱਖ ਸਕਦੇ ਹਾਂ। ਤੇ ਮੇਨ ਇਹਦਾ ਬੈਨੀਫਿਟ ਕੀ ਹੈ ਕਿ ਡਿਜੀਲੌਕਰ ਵਿੱਚ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਸੇਮ ਇਕੁਅਲ ਮੰਨਿਆ ਜਾਊਗਾ ਫਿਜ਼ੀਕਲ ਡਾਕੂਮੈਂਟ ਦੇ, ਉਹਨਾਂ ਦੀ ਵੈਲਿਡਿਟੀ ਸੇਮ ਹੋਊਗੀ। ਤਾਂ ਇਹ ਇਨੀਸ਼ੀਏਟਿਵ ਹੈ ਜਿਹੜਾ ਇਹ ਪੰਜਾਬ ਦੇ ਵਿੱਚ ਪੰਜਾਬ ਮੰਡੀ ਬੋਰਡ ਨੇ ਲਿਆ ਆਉਣ ਵਾਲੇ ਹਾੜੀ ਦਾ ਜਿਹੜਾ ਮਾਰਕੀਟਿੰਗ ਸੀਜ਼ਨ ਹੈ ਉਹਨੂੰ ਦੇਖਦੇ ਹੋਏ, ਤਾਂ ਕਿ ਫਾਰਮਰਸ ਦੇ ਉੱਤੇ ਇੱਕ ਬੋਝ ਘਟ ਸਕੇ, ਉਹਨਾਂ ਨੂੰ ਫਿਜ਼ੀਕਲ ਕਾਪੀਜ਼ ਆਪਣੇ ਫਾਰਮਸ ਦੀਆਂ ਨਾ ਲੈ ਕੇ ਜਾਣੀਆਂ ਪੈਣ ਤੇ ਉਹ ਸਾਰੀਆਂ ਫੈਸਿਲਿਟੀਜ਼ ਆਨਲਾਈਨ ਹੀ ਅਵੇਲ ਕਰ ਸਕਣ। ਫਾਰਮਰਸ ਇਸ ਫਾਰਮ ਨੂੰ ਸਿੰਪਲੀ ਡਾਊਨਲੋਡ ਕਰਕੇ ਯੂਜ਼ ਕਰ ਸਕਦੇ ਨੇ ਤੇ ਦੁਬਾਰਾ ਫਿਲ ਕਰਕੇ ਉੱਥੇ ਹੀ ਅਪਲੋਡ ਵੀ ਕਰ ਸਕਦੇ ਨੇ। So next is related to new rules to replace old jail manual. Punjab cabinet ने recently Punjab prison rule 2021 ਨੂੰ ਲਾਗੂ ਕੀਤਾ ਹੈ ਪੰਜਾਬ ਪ੍ਰਿਜ਼ਨ ਐਕਟ 1894 ਦੇ ਅੰਡਰ। ਬੇਸਿਕਲੀ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਪ੍ਰਿਜ਼ਨ ਐਕਟ ਬਹੁਤ ਹੀ ਪੁਰਾਣਾ ਹੈ ਤੇ ਜਿਹੜੇ ਜੇਲ ਮੈਨੂਅਲ ਇਹਦੇ ਅੰਡਰ ਬਣਾਏ ਗਏ ਸੀ ਉਹ ਵੀ ਬਹੁਤ ਪੁਰਾਣੇ ਹੋ ਚੁੱਕੇ ਨੇ, ਉਹ ਅੱਜ ਕੱਲ੍ਹ ਦੇ ਇਸ ਟਾਈਮ ਦੇ ਰਿਕੁਆਇਰਮੈਂਟਸ ਨੂੰ ਪੂਰਾ ਨਹੀਂ ਕਰਦੇ। ਜੇਲ ਮੈਨੂਅਲ ਕੀ ਹੈ? ਜੇਲ ਮੈਨੂਅਲ ਇੱਕ ਇਸ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਕਿਤਾਬ ਹੈ, ਇੱਕ ਰੂਲ ਬੁੱਕ ਹੈ ਜਿਹਦੇ ਵਿੱਚ ਕੀ ਸਾਰਾ ਲਿਖਿਆ ਹੁੰਦਾ ਹੈ ਕਿ
ਕਿਸ ਤਰ੍ਹਾਂ ਦੀ ਪ੍ਰਿਜ਼ਨਰਸ ਦੀ ਸੇਫਟੀ ਰੱਖੀ ਜਾਏਗੀ, ਕਿਵੇਂ ਉਹਨਾਂ ਨੂੰ ਕਸਟਡੀ ਹੋਏਗੀ, ਕਿਸ ਤਰ੍ਹਾਂ ਉਹਨਾਂ ਦੀ ਜ਼ਿਆਦਾ ਆਪਾਂ ਸਿਕਿਉਰਿਟੀ ਲੈ ਕੇ ਆਉਣੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਨਸ਼ੋਰ ਕਰਨ ਦੇ ਲਈ ਪੰਜਾਬ ਗਵਰਨਮੈਂਟ ਨੇ ਨਿਊ ਰੂਲਸ ਦੇ ਅੰਡਰ ਨਵੇਂ ਸਿਕਿਉਰਿਟੀ ਪੈਰਾਮੀਟਰ ਤਿਆਰ ਕੀਤੇ ਗਏ। ਬਹੁਤ ਹਾਈ ਰਿਸਕ ਪ੍ਰਿਜ਼ਨਰਸ ਜਿਵੇਂ ਕਿ ਗੈਂਗਸਟਰਸ ਨੇ, ਕੋਈ ਨਸ਼ਾ ਤਸਕਰੀ ਵਾਲੇ ਨੇ, ਉਹਨਾਂ ਸਾਰਿਆਂ ਨੂੰ ਸੇਫਲੀ ਸਿਕਿਉਰਲੀ ਪ੍ਰਿਜ਼ਨ ਦੇ ਅੰਦਰ ਰੱਖਣ ਦੇ ਲਈ ਪ੍ਰਿਜ਼ਨ ਵਿਦਿਨ ਪ੍ਰਿਜ਼ਨਸ ਬਣਾਈਆਂ ਗਈਆਂ ਨੇ। ਤੇ ਨਾਲ ਹੀ ਜਿੰਨੇ ਵੀ ਅਨਪੜ੍ਹ ਪ੍ਰਿਜ਼ਨਰਸ ਨੇ ਉਹਨਾਂ ਲਈ ਐਜੂਕੇਸ਼ਨ ਕੰਪਲਸਰੀ ਕਰ ਦਿੱਤੀ ਗਈ ਹੈ। ਤੇ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਹੁਣ ਜੇਲਸ ਨੂੰ ਕਰੈਕਸ਼ਨਲ ਹੋਮਸ ਦਾ ਨਾਮ ਦਿੱਤਾ ਜਾਏਗਾ, ਜਿਹਦੇ ਵਿੱਚ ਕਿ ਕਲਚਰਲ ਤੇ ਰੀਕ੍ਰੀਏਸ਼ਨਲ ਐਕਟੀਵਿਟੀਜ਼ ਕਰਵਾਈਆਂ ਜਾਣਗੀਆਂ, ਜਿਵੇਂ ਕਿ ਸਪੋਰਟਸ, ਫਿਲਮ, ਮਿਊਜ਼ਿਕ। ਮਤਲਬ ਹਾਰਸ਼ ਪਨਿਸ਼ਮੈਂਟ ਦੀ ਬਜਾਏ ਪ੍ਰਿਜ਼ਨਸ ਦੇ ਵਿੱਚ ਰੈਫਰਮੇਸ਼ਨ ਥਿਊਰੀ ਨੂੰ ਅਪਲਾਈ ਕੀਤਾ ਜਾਏਗਾ। Next is very important Punjab current affair related to Malerkotla, which has recently been declared as 23rd district of Punjab. So a announcement Punjab ਦੇ ਚੀਫ ਮਿਨਿਸਟਰ ਨੇ ਈਦ ਦੇ ਪਾਵਨ ਅਵਸਰ ਉੱਤੇ ਕੀਤੀ। ਇਸ ਦੇ ਵਿੱਚ ਉਹਨਾਂ ਨੇ ਅਨਾਉਂਸ ਕਰਦੇ ਸਮੇਂ ਮਲੇਰਕੋਟਲਾ ਦੀ ਜਿਹੜੀ ਕਿ ਇੱਕ ਬਹੁਤ ਹੀ ਅਹਿਮ ਹਿਸਟਰੀ ਰਹੀ ਹੈ ਉਸ ਨੂੰ ਹਾਈਲਾਈਟ ਕੀਤਾ। ਤੇ ਇਸ ਤੋਂ ਬਾਅਦ 23ਵੀਂ ਡਿਸਟ੍ਰਿਕਟ ਡਿਕਲੇਅਰ ਹੋਣ ਤੋਂ ਬਾਅਦ ਸਬ ਡਿਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਤੇ ਅਮਰਗੜ੍ਹ ਇਹ ਤਿੰਨ ਇਸ ਨਿਊਲੀ ਕ੍ਰੀਏਟਡ ਡਿਸਟ੍ਰਿਕਟ ਦੇ ਅੰਦਰ ਇਨਕਲੂਡ ਕੀਤੀਆਂ ਗਈਆਂ ਨੇ। ਤੇ ਕੁਝ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਕਿ ਅਨਾਉਂਸ ਕੀਤੀਆਂ ਗਈਆਂ ਨੇ। ਫਰਸਟ ਇਜ਼ ਕਿ ਮਲੇਰਕੋਟਲਾ ਦੇ ਵਿੱਚ ਇੱਕ ਗਵਰਨਮੈਂਟ ਮੈਡੀਕਲ ਕਾਲਜ ਸਪੈਸ਼ਲੀ ਫॉर ਫੀਮੇਲਸ ਖੋਲ੍ਹਿਆ ਜਾਏਗਾ, ਜਿਹਦਾ ਨਾਮ ਹੋਏਗਾ ਨਵਾਬ ਸ਼ੇਰ ਮੁਹੰਮਦ ਖਾਨ। ਤੇ ਇਸ ਨੂੰ ਸੈਟਅਪ ਕੀਤਾ ਜਾਏਗਾ 500 ਕਰੋੜ ਰੁਪਏ ਦੀ ਲਾਗਤ ਦੇ ਨਾਲ। ਤੇ ਮਲੇਰਕੋਟਲਾ ਦੇ ਵਿੱਚ ਮਹਿਲਾ ਥਾਣਾ ਵੀ ਆਏਗਾ, ਜਿਹਨੂੰ ਕਿ ਐਕਸਕਲੂਸਿਵਲੀ ਸਿਰਫ ਵਿਮਨ ਹੀ ਮੈਨੇਜ ਕਰਨਗੀਆਂ। ਇਹਦਾ ਮਤਲਬ ਹੈ ਕਿ ਜਿੰਨੇ ਵੀ ਆਫਿਸਰਸ ਜਾਂ ਕੋਈ ਵੀ ਥਾਣਾ ਇੰਚਾਰਜ ਉਹ ਸਾਰੀਆਂ ਮਹਿਲਾਵਾਂ ਹੀ ਹੋਣਗੀਆਂ। ਮਲੇਰਕੋਟਲਾ ਦੀ ਕਲਚਰਲ ਹੈਰੀਟੇਜ ਨੂੰ ਪ੍ਰਮੋਟ ਕਰਨ ਲਈ ਇਸ ਦਾ ਸਾਰਾ ਕੰਮ ਰੀਸਟੋਰੇਸ਼ਨ ਦਾ, ਕੰਜ਼ਰਵੇਸ਼ਨ ਦਾ ਆਗਾ ਖਾਨ ਫਾਊਂਡੇਸ਼ਨ ਯੂਕੇ ਨੂੰ ਸੌਂਪਿਆ ਗਿਆ ਹੈ। ਤੇ ਜਿਹੜਾ ਮਲੇਰਕੋਟਲੇ ਦੀ ਰਿਆਸਤ ਹੈ ਇਸ ਨੂੰ ਇਸਟੈਬਲਿਸ਼ ਕੀਤਾ ਗਿਆ ਸੀ ਬਾਇਜ਼ਿਦ ਖਾਨ ਦੇ ਵੱਲੋਂ 1657 ਦੇ ਵਿੱਚ। ਤੇ ਜਦੋਂ ਵੀ ਆਪਾਂ ਮਲੇਰਕੋਟਲਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਸ ਨੂੰ ਇੱਕ ਏਕਤਾ ਤੇ ਧਾਰਮਿਕ ਭਾਈਚਾਰੇ ਦਾ ਸਿੰਬਲ ਮੰਨਿਆ ਜਾਂਦਾ ਹੈ ਤੇ ਨਾਲ ਹੀ ਇਸ ਨੂੰ ਸਿੱਖ ਹਿਸਟਰੀ ਦੇ ਨਾਲ ਜੋੜਿਆ ਜਾਂਦਾ ਹੈ। 1705 ਦੇ ਵਿੱਚ ਜਦੋਂ ਸਰਹੰਦ ਦਾ ਗਵਰਨਰ ਵਜ਼ੀਰ ਖਾਨ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਕੰਧਾਂ ਦੇ ਵਿੱਚ ਚਿਣਨ ਲੱਗਿਆ ਸੀ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਇਸ ਨੂੰ ਬਹੁਤ ਜ਼ਿਆਦਾ ਨਿੰਦਿਆ ਤੇ ਮਨਾ ਕੀਤਾ ਕਿ ਬੱਚਿਆਂ ਦੇ ਨਾਲ ਆਪਣੀ ਕੀ ਦੁਸ਼ਮਣੀ। ਤੇ ਇਸ ਤੋਂ ਖੁਸ਼ ਹੋ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਲੇਰਕੋਟਲੇ ਨੂੰ ਇੱਕ ਬਹੁਤ ਹੀ ਵਧੀਆ ਅਸੀਸ ਦਿੱਤੀ ਤੇ ਕਿਹਾ ਕਿ ਮਲੇਰਕੋਟਲੇ ਦੇ ਲੋਕ ਸਾਰੀ ਜ਼ਿੰਦਗੀ ਇੱਕ ਸ਼ਾਂਤੀ ਤੇ ਖੁਸ਼ੀ ਦੇ ਨਾਲ ਜ਼ਿੰਦਗੀ ਜੀਣਗੇ ਤੇ ਉਰੇ ਕਦੇ ਵੀ ਕੋਈ ਹਿੰਸਾ ਦਾ ਇਨਸੀਡੈਂਟ ਨਹੀਂ ਹੋਊਗਾ। ਨਾਲ ਹੀ ਮਲੇਰਕੋਟਲਾ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਦਰਗਾਹ ਹੈ ਜਿਹਦਾ ਨਾਮ ਹੈ ਸੂਫੀ ਸੇਂਟ ਬਾਬਾ ਹਾਇਦਰ ਸ਼ੇਖ ਜੀ ਦੇ। So our 10th current affair is related to Basera project. Basically Basera project ਕੀ ਹੈ? ਇੱਕ slum development program ਹੈ ਪੰਜਾਬ ਦਾ। slum ਕੀ ਹੈ? ਮਤਲਬ ਝੁੱਗੀਆਂ। ਜਿੰਨੇ ਵੀ ਅਰਬਨ ਏਰੀਆਜ਼ ਦੇ ਵਿੱਚ ਝੁੱਗੀਆਂ ਝੋਪੜੀਆਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਉਹ slum households ਦੇ ਲਈ proprietary rights ਦਿੱਤੇ ਜਾਣਗੇ, ਮਲਕੀਅਤ ਅਧਿਕਾਰ ਦਿੱਤੇ ਜਾਣਗੇ। ਉਹਨਾਂ ਨੂੰ ਉਸ ਪ੍ਰਾਪਰਟੀ ਵਿੱਚ ਰਹਿਣ ਦੇ ਲਈ ਇੱਕ ਸੇਫਟੀ ਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏਗੀ। ਤੇ ਪੰਜਾਬ ਇੰਡੀਆ ਦੀ ਫਰਸਟ ਸਟੇਟ ਹੈ ਇਸ ਤਰ੍ਹਾਂ ਦਾ ਜੋ ਕਿ ਇਨੀਸ਼ੀਏਟਿਵ ਲੈ ਕੇ ਆਈ ਹੈ। ਤੇ ਇਹ ਕਿਸ ਐਕਟ ਦੇ ਅੰਡਰ ਹੈ? ਪੰਜਾਬ ਸਲਮ ਡਵੈਲਰ ਪ੍ਰੋਪਰਾਈਟਰੀ ਰਾਈਟ ਐਕਟ 2020। ਤੇ ਸਤੰਬਰ 2021 ਦਾ ਟਾਰਗੇਟ ਰੱਖਿਆ ਗਿਆ ਹੈ ਕਿ ਘੱਟੋ ਘੱਟ 10,000 ਸਲਮ ਹਾਊਸਹੋਲਡਸ ਨੂੰ ਪ੍ਰੋਪਰਾਈਟਰੀ ਰਾਈਟ ਦਿੱਤੇ ਜਾਣਗੇ। Next is Punjab to join COVAX facility.
ਬੇਸਿਕਲੀ ਕੋਵੈਕਸ ਕੀ ਹੈ? ਕੋਵੈਕਸ ਦਾ ਮੀਨਿੰਗ ਹੈ COVID-19 ਵੈਕਸੀਨ ਗਲੋਬਲ ਐਕਸੈਸ। ਮਤਲਬ ਕਿ ਜਿਵੇਂ ਕਿਤੇ ਵੀ ਵੈਕਸੀਨ ਦੀ ਸ਼ਾਰਟੇਜ ਆਉਂਦੀ ਹੈ ਤਾਂ ਇੱਕ ਸਟੇਟ ਦਾ ਉਰੇ ਮਤਲਬ ਹੈ ਕਿ ਇੱਕ ਨੇਸ਼ਨ ਜਿਵੇਂ ਕਿ ਇੰਡੀਆ ਜਾਂ ਕੋਈ ਵੀ ਕੰਟਰੀ ਇੰਟਰਨੈਸ਼ਨਲ ਲੈਵਲ ਤੇ ਉਹ ਵੈਕਸੀਨਸ ਦੇ ਲਈ ਅਪਲਾਈ ਕਰ ਸਕਦੀ ਹੈ ਕਿ ਸਾਨੂੰ ਇੰਨੀਆਂ ਵੈਕਸੀਨਸ ਚਾਹੀਦੀਆਂ ਨੇ। ਤੇ ਰੀਸੈਂਟਲੀ ਕੀ ਹੋਇਆ ਪੰਜਾਬ ਦੇ ਵਿੱਚ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਵੈਕਸੀਨ ਸ਼ਾਰਟੇਜ ਆਈ ਤਾਂ ਪੰਜਾਬ ਗਵਰਨਮੈਂਟ ਨੇ ਸੋਚਿਆ ਕਿ ਉਹ ਵੀ ਸਿੱਧਾ ਕੋਵੈਕਸ ਫੈਸਿਲਿਟੀ ਨੂੰ ਇੰਜੋਏ ਕਰਕੇ ਵੈਕਸੀਨੇਸ਼ਨ ਦੀ ਡਿਮਾਂਡ ਕਰ ਸਕਣ। ਪਰ ਇਹ ਕਲੀਅਰ ਨਹੀਂ ਹੈ ਕਿ ਇੱਕ ਸਟੇਟ ਜੁਆਇਨ ਕਰ ਸਕਦੀ ਹੈ ਜਾਂ ਨਹੀਂ ਜੁਆਇਨ ਕਰ ਸਕਦੀ। ਸੋ ਪੰਜਾਬ ਇਸ ਐਕਸੈਸ ਨੂੰ ਲੈਣ ਦੇ ਲਈ ਐਲੀਜੀਬਲ ਨਹੀਂ ਹੋਇਆ ਤੇ ਵੈਕਸੀਨ ਦੇ ਲਈ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਦੇ ਉੱਤੇ ਹੀ ਨਿਰਭਰ ਰਹਿਣਾ ਪਏਗਾ। ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਫੈਸਲਾ ਲਿਆ ਕਿ ਉਹ ਓਲਡ ਜੇਲ ਐਟ ਬੱਸੀ ਪਠਾਣਾ ਨੂੰ ਕੰਜ਼ਰਵ ਕਰਨਗੇ, ਉਹਦੀ ਡਿਵੈਲਪਮੈਂਟ ਤੇ ਰੈਨੋਵੇਸ਼ਨ ਕਰਨਗੇ। ਇਸ ਓਲਡ ਜੇਲ ਦੀ ਕੀ ਮਹੱਤਤਾ ਹੈ? ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਨੂੰ ਮਿਲਣ ਜਾ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਨੂੰ ਨੂਰ ਮੁਹੰਮਦ ਖਾਨ ਮਿਰਜ਼ਾ ਨੇ 40 ਦਿਨਾਂ ਦੇ ਲਈ ਬੰਦੀ ਬਣਾ ਲਿਆ ਸੀ, ਇੰਪ੍ਰਿਜ਼ਨ ਕਰਤਾ ਸੀ। ਤਾਂ ਇਸ ਜੇਲ੍ਹ ਨੂੰ ਹੁਣ ਡਿਵੈਲਪ ਕੀਤਾ ਜਾਏਗਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਇਸ ਸਾਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਜਨਮ ਦਿਹਾੜਾ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਤਾਂ ਪੰਜਾਬ ਸਰਕਾਰ ਨੇ ਉਸ ਨੂੰ ਲੈ ਕੇ ਇਹ ਅਹਿਮ ਫੈਸਲਾ ਲਿਆ। ਤੇ ਨਾਲ ਹੀ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਮਿਊਜ਼ੀਅਮ ਹੈ ਅਨੰਦਪੁਰ ਸਾਹਿਬ ਵਿੱਚ, ਜਿਹੜਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਸਿਚੁਏਟ ਹੈ, ਉਸ ਨੂੰ ਵੀ ਦੁਬਾਰਾ ਤੋਂ ਰੈਨੋਵੇਟ ਕੀਤਾ ਜਾਏਗਾ, ਉਸ ਦਾ ਨਵੀਨੀਕਰਨ ਕੀਤਾ ਜਾਏਗਾ ਤੇ ਇਸ ਦੀ ਲਾਗਤ ਰੱਖੀ ਗਈ ਹੈ 2 ਕਰੋੜ ਰੁਪਏ। ਤੇ ਇਹ ਸਿਰਫ ਇੱਕ ਹੀ ਮਿਊਜ਼ੀਅਮ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਿਲੇਟਡ ਹੈ। ਰੀਸੈਂਟਲੀ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਨੇ ਕਿਹਾ ਹੈ ਕਿ ਡੀਡੀ ਪੰਜਾਬੀ ਚੈਨਲ ਦੇ ਉੱਤੇ 5 ਮਈ ਤੋਂ ਆਨਲਾਈਨ ਕਲਾਸਿਸ ਲਗਵਾਈਆਂ ਜਾਣ ਤੇ ਇਹ ਆਨਲਾਈਨ ਕਲਾਸਿਸ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਤੇ ਨਾਲ ਹੀ ਜਿਹੜੇ ਕਿ PSEB ਬੋਰਡ ਦੇ ਨਾਲ ਐਫੀਲੀਏਟਡ ਸਕੂਲਸ ਨੇ ਉਹਨਾਂ ਦੇ ਬੱਚਿਆਂ ਲਈ ਅਵੇਲੇਬਲ ਕਰਵਾਈਆਂ ਜਾਣਗੀਆਂ ਤੇ ਇਸ ਦੇ ਵਿੱਚ ਹਰ ਤਰ੍ਹਾਂ ਦੇ ਸਬਜੈਕਟਸ ਨੂੰ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਪਹਿਲਾਂ ਇੱਕ ਪੰਜਾਬ ਐਜੂਕੇਅਰ ਐਪ ਵੀ ਲਾਗੂ ਕੀਤਾ ਸੀ, ਜਿਹਦੇ ਵਿੱਚ ਕਿ ਟੀਚਰਸ ਆਪਣੀਆਂ ਵੀਡੀਓਜ਼ ਬਣਾ ਕੇ ਅਪਲੋਡ ਕਰਦੇ ਸੀ। ਇਹ ਸਾਰੇ ਇਨੀਸ਼ੀਏਟਿਵਸ ਇਸ ਲਈ ਲਈ ਜਾ ਰਹੇ ਨੇ ਤਾਂ ਕਿ ਇਸ COVID-19 ਦੇ ਟਾਈਮ ਜਦੋਂ ਸਕੂਲ ਬੰਦ ਨੇ ਬੱਚਿਆਂ ਨੂੰ ਪੜ੍ਹਾਈ ਦਾ ਨੁਕਸਾਨ ਨਾ ਹੋਵੇ। Next is Panchayats ensuring 100% vaccination to be honored under ਪਿੰਡ ਬਚਾਓ ਮੁਹਿੰਮ in ਪਟਿਆਲਾ। ਸੋ ਆਪਾਂ ਜਾਣਦੇ ਹਾਂ ਕਿ COVID-19 ਦੇ ਸਪਰੈਡ ਨੂੰ ਰੋਕਣ ਦੇ ਲਈ ਪੰਜਾਬ ਗਵਰਨਮੈਂਟ ਟਾਈਮ ਟੂ ਟਾਈਮ ਬਹੁਤ ਸਾਰੇ ਇਨੀਸ਼ੀਏਟਿਵਸ ਲੈ ਰਹੀ ਹੈ, ਜਿਵੇਂ ਕਿ ਪੰਜਾਬ ਗਵਰਨਮੈਂਟ ਨੇ ਮਿਸ਼ਨ ਫਤਿਹ ਸਟਾਰਟ ਕੀਤਾ ਸੀ ਤੇ ਹਾਲ ਹੀ ਦੇ ਵਿੱਚ ਵਿਲੇਜ ਦੌਣ ਕਲਾ ਦੇ ਵਿੱਚੋਂ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਨ ਜੀ ਨੇ ਇੱਕ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ, ਜਿਹਦੇ ਵਿੱਚ ਕਿ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਜਿਹੜੀ ਵੀ ਪੰਚਾਇਤ 100% ਵੈਕਸੀਨੇਸ਼ਨ ਲਗਵਾਏਗੀ ਉਸ ਨੂੰ ਡਿਸਟ੍ਰਿਕਟ ਦੇ ਹੈੱਡਕੁਆਰਟਰ ਦੇ ਵਿੱਚ ਆਨਰ ਕੀਤਾ ਜਾਏਗਾ ਤੇ ਨਾਲ ਹੀ 10 ਲੱਖ ਦੀ ਗ੍ਰਾਂਟ ਦਿੱਤੀ ਜਾਏਗੀ। ਤੇ ਫਰਦਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕੋਈ ਪੰਜਾਬ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਅਰੇਂਜਮੈਂਟ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਅਲੱਗ ਤੋਂ 50,000 ਰੁਪਏ ਮੁਹੱਈਆ ਕਰਵਾਏ ਜਾਣਗੇ। So our last current affair from the month May 2021 is Punjab government approves development projects to boost infrastructure. Punjab government ने infrastructure specially related to urban areas ਉਸ ਨੂੰ ਡਿਵੈਲਪ ਕਰਨ ਦੇ ਲਈ ਬਹੁਤ ਸਾਰੇ ਟਾਈਮ ਟੂ ਟਾਈਮ ਪ੍ਰੋਜੈਕਟਸ ਡਿਵੈਲਪ ਕੀਤੇ ਨੇ ਤੇ ਰੀਸੈਂਟਲੀ ਇਹਨਾਂ ਨੇ 2 ਪ੍ਰੋਜੈਕਟਸ ਨੂੰ ਸੈਂਕਸ਼ਨ ਦਿੱਤੀ ਹੈ। ਪਹਿਲਾ ਹੈ ਫੇਜ਼ 3 ਆਫ ਅਰਬਨ ਇਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ, ਜਿਹਦੀ ਕੀ ਲਾਗਤ ਰੱਖੀ ਗਈ ਹੈ 500 ਕਰੋੜ ਰੁਪਏ ਤੇ ਦੂਜਾ ਹੈ ਡਿਵੈਲਪਮੈਂਟ ਆਫ ਰਣਜੀਤ ਸਾਗਰ ਡੈਮ ਲੇਕ, ਜਿਹਦੀ ਕੀ ਲਾਗਤ ਹੈ 450 ਕਰੋੜ ਰੁਪਏ। ਜਿਹੜਾ ਪਹਿਲਾ ਇਨੀਸ਼ੀਏਟਿਵ ਹੈ
ਇਸ ਨੂੰ ਵਿੱਚ ਮੇਨ ਫੋਕਸ ਹੈ ਜਿਹੜਾ ਉਹ ਹੈ ਕਿ ਜਿੰਨੀਆਂ ਵੀ ਆਪਣੀਆਂ ਅਰਬਨ ਲੋਕਲ ਬਾਡੀਜ਼ ਨੇ 167 ਉਹਨਾਂ ਦਾ ਜਿਹੜਾ ਬੁਨਿਆਦ ਹੈ ਉਹਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਨਵੇਂ ਤਰੀਕੇ ਦੇ ਨਾਲ ਨਵੀਂ ਟੈਕਨੋਲੋਜੀ ਦੇ ਨਾਲ ਅਪਗ੍ਰੇਡ ਕੀਤਾ ਜਾਵੇ। ਤੇ ਮੋਸਟ ਇੰਪੋਰਟੈਂਟ ਥਿੰਗ ਇਜ਼ ਰਿਲੇਟਡ ਟੂ ਰਣਜੀਤ ਸਾਗਰ ਡੈਮ ਲਈ ਬਹੁਤ ਵਾਰੀ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲਦਾ ਹੈ ਕਿ ਰਣਜੀਤ ਸਾਗਰ ਡੈਮ ਲੇਕ ਕਿੱਥੇ ਹੈ। ਸੋ ਪਠਾਨਕੋਟ is the place, and this is really very important to note down that the total cost will be rupees 450 crore ਤੇ ਜਿਹੜਾ ਇਹ ਡਿਵੈਲਪ ਕੀਤਾ ਜਾਏਗਾ ਰਣਜੀਤ ਸਾਗਰ ਡੈਮ ਲੇਕ ਨੂੰ ਇਹ PPP ਮੋਡ ਦੇ ਟ੍ਰਿਪਲ P ਮੋਡ ਇਸ ਦਾ ਮੀਨਿੰਗ ਹੈ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਕੁਝ ਪਬਲਿਕ ਤੇ ਕੁਝ ਪ੍ਰਾਈਵੇਟ मतलब कि गवर्नमेंट या ऑर्गेनाइजेशन मिलके फंड इकट्ठे करके इसनू डेवलप ते प्रमोट करनगे ते एक इंपॉर्टेंट इंटरनेशनल टूरिस्ट डेस्टिनेशन बनाउण दा काम पूरा करनगे। So this was all about May 2021 current affair. I hope you liked the video and please do like, subscribe and comment below, and thank you and good luck for all the upcoming exams.